उड़ीकां 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 तेरे आउण दियां उड़ीकां 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 तेरे आउण दियां उड़ीकां 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 तेरे आउण दियां। ਅੱਜ आज़ाद रंगमंच कला भवन फगवाड़ा के इस वीडियो विच साडे उड़ीकां प्रोग्राम के स्टूडियो विच पहुंचे ने पंजाबी दे प्रसिद्ध शायर बलदेव राज कोमल जी। बलदेव राज कोमल जी तुहाडा आउणा साडे इस कला भवन विच साडे इस उड़ीकां प्रोग्राम विच बहुत बहुत मुबारक जी आया थानू। ਸਾਡੇ ਜਿਹੜੇ ਦਰਸ਼ਕ ਆ ਉੜੀਕਾ ਪ੍ਰੋਗਰਾਮ ਦੇ ਉਹਨਾਂ ਨੂੰ ਪਹਿਲਾਂ ਆਪਣੇ ਪਿਛੋਕੜ ਬਾਰੇ ਕੁਝ ਦੱਸੋ। मैडम जी सब तो पहला तो मैं आज़ाद रंगमंच और भी भाई थोड़ा और गमनू बांसल जी का शुक्रगुजार हाँ कि जिन्होंने मैनू पाठकों के दर्शकों के रूबरू होने का मौका मिले दिता। थोड़े बदौलत मैं पाठकों के रूबरू हो रहा हाँ, दर्शकों के रूबरू हो रहा। बीबा जी मेरा पिछोकड़ पिंड नाल संबंधित आ। मेरा पिंड सांझ कलां दे लागे पिंड गुड़ा आ हाँ जी। और मैं उत्थे दा जंम पालिया और सांझ कलां जिहड़ा GHR खालसा हायर सकैंडरी स्कूल अच्छा मैं उत्तों अपने हायर सकैंडरी करके ते गुरु नानक कॉलेज फगवाड़ा और रामगढ़िया कॉलेज फगवाड़े तो मैं अपनी ग्रेजुएशन की। ये मेरा पिछोकड़ आ। और पढ़ाई कित्थों तक की? पढ़ाई मैं ग्रेजुएशन तक ही की है। अच्छा। और उस तो पढ़ाई करने तो बाद फिर मैं कई महकमिਆਂ ਦੇ ਵਿੱਚ अपनी नौकरी भी की है। अच्छा। मैं रेलवे ਵਿੱਚ भी जॉब की है। उस तो बाद मैं पंजाब सैक्रेटरीएट की जॉब की है। फिर उस तो बाद मैं बैंक ऑफ इंडिया ਦੇ ਵਿੱਚ एज ए मैनेजर ਉੱਥੋਂ रिटायर होया। और मैनेजर एक बैंक ਦਾ और ਜਿਹੜੇ ਆ ਤੁਹਾਡੇ ਲਿਖਣ ਕਿਰਿਆ ਆ ਇਹ ਦੋਵੇਂ ਆਪੋਜ਼ਿਟ ਚੀਜ਼ਾਂ ਆ है ना। ये ਤੁਸੀਂ ਇਕੱਠੀਆਂ ਕਿੱਦਾਂ ਨਿਭਾਈਆਂ? बिल्कुल तू ठीक किया कि ये बिल्कुल ऑपोजिट चलदियां आ। और जिन्ना चिर मैं जॉब दे विच रहा आ मैं कोई बहुता लिख नहीं सकिया। अच्छा। क्योंकि नेचर ऑफ जिहड़ा वर्क है वो इदां दा सी कि सवेर नूं जाण दा जरूर टाइम हुंदा सी, शाम नूं आउण दा टाइम कोई नहीं हुंदा। और ਜ਼ਿੰਮੇਵਾਰੀਆਂ ਜਿਹੜੀਆਂ ਸੀਗੀਆਂ ਆਪਣੇ ਜੌਬ ਦੀਆਂ ਉਹ ਨਿਭਾਉਣੀਆਂ ਪੈਂਦੀਆਂ ਸੀ। ਔਰ ਮੈਂ ਬਹੁਤਾ ਆਪਣੀ ਲੇਖਣੀ ਦੇ ਪੱਖ ਤੋਂ ਅੱਗੇ ਨਹੀਂ ਵੱਧ ਸਕਿਆ। ਅੱਛਾ। ਔਰ ਜਦੋਂ ਮੈਂ ਰਿਟਾਇਰ ਹੋਇਆ ਉਸ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਇਸ ਪਾਸੇ ਨੂੰ ਤੇ ਇਹ ਲਿਖਣ ਕਿਰਿਆ ਵੱਲ ਤੁਸੀਂ ਆਏ ਕਿੱਦਾਂ, ਪਹੁੰਚੇ ਕਿੱਦਾਂ ਇੱਧਰ? ਇਹ ਵੀ ਇੱਕ ਬੜੀ ਦਿਲਚਸਪ ਘਟਨਾ ਆ ਕਿ ਮੇਰਾ ਇੱਕ ਕਲਾਸ ਫੈਲੋ ਸੀ। ਅੱਛਾ। ਸਾਡਾ ਪੜ੍ਹਨ ਦੇ ਵਿੱਚ ਇੱਕ ਦੂਸਰੇ ਨਾਲ ਕੰਪੀਟੀਸ਼ਨ ਚੱਲਦਾ ਹੁੰਦਾ ਸੀ। ਉਹ ਪਤਾ ਨਹੀਂ ਉਹਨਾਂ ਦੀ ਕੀ ਮਨਸ਼ਾ ਸੀ। ਜਦੋਂ ਮੇਰਾ ਪੜ੍ਹਾਈ ਤੋਂ ਥੋੜਾ ਜਿਹਾ ਮਨ ਹੋਰ ਪਾਸੇ ਨੂੰ ਭਟਕਾਉਣਾ ਚਾਹੁੰਦੇ ਸੀ ਕਿਉਂਕਿ ਸਾਡਾ ਕੰਪੀਟੀਸ਼ਨ ਸੀ। ਹਾਂਜੀ। ਕਦੀ ਉਹ ਮੇਰੇ ਤੋਂ ਜ਼ਿਆਦਾ ਨੰਬਰ ਲੈ ਜਾਂਦਾ ਸੀ, ਕਦੀ ਮੈਂ ਉਹਨਾਂ ਤੋਂ ਜ਼ਿਆਦਾ ਨੰਬਰ ਲੈ ਜਾਂਦਾ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਕਵਿਤਾਵਾਂ ਲਿਖਿਆ ਕਰੀਏ ਤੇ ਮੈਂ ਉੱਤੇ ਬਹੁਤ ਵਿਸ਼ਵਾਸ ਕਰਦਾ ਸੀ। ਅੱਛਾ। ਸੱਚਾ ਦੋਸਤ ਮੰਨਦਾ ਸੀ ਉਹਨੂੰ। ਮੈਂ ਉਹਨਾਂ ਦੀ ਗੱਲ ਮੰਨ ਕੇ ਅਸੀਂ ਉਸ ਵੇਲੇ ਮੇਲੇ ਲੱਗਦੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਤੇ ਉਹ ਤੋਂ ਛੋਟੇ ਛੋਟੇ ਰਸਾਲੇ ਜਿਹੇ ਮਿਲਦੇ ਹੁੰਦੇ ਸੀਗੇ ਤੇ ਅਸੀਂ ਉਹ ਰਸਾਲੇ ਲੈ ਆਉਣੇ ਤੇ ਉਹਨਾਂ ਨੂੰ ਪੜ੍ਹਨਾ, ਉਹਦੇ ਵਿੱਚੋਂ ਥੋੜਾ ਬਹੁਤ ਰੱਦੋ ਬਦਲ ਜਿਹਾ ਕਰਕੇ ਤੇ ਥੱਲੇ ਆਪਣਾ ਨਾਂ ਲਿਖ ਦੇਣਾ। ਤੇ ਇਹ ਮੇਰੇ ਹੌਲੀ ਹੌਲੀ ਮੈਨੂੰ ਫਿਰ ਇਸ ਚੀਜ਼ ਦੀ ਜਿਹੜਾ ਆ ਚਿਟਕ ਲੱਗਦੀ ਗਈ। ਤੇ ਸਭ ਤੋਂ मैं उस वेले 7वीं ਦੇ ਵਿੱਚ ਪੜ੍ਹਦਾ ਸੀ ਜਦੋਂ ਮੈਂ ਕਵਿਤਾ ਲਿਖੀ ਸੀਗੀ। ਮੈਂ ਆਪਣੇ ਜੋ ਸਕੂਲ ਦੇ ਵਿੱਚ ਸੁਣਾਈ ਤੇ ਮੈਨੂੰ ਉਸ ਸਕੂਲ ਦੇ ਵਿੱਚ ਕਵੀ ਕਹਿਣ ਲੱਗ ਪਏ। ਮੇਰਾ ਨਾਂ ਹੀ ਉਹਨਾਂ ਨੇ ਕਵੀ ਪਾਤਾ। ਅੱਛਾ। ਤੇ ਮੇਰੇ ਟੀਚਰਸ ਨੇ ਮੈਨੂੰ ਉਹ ਕਵੀ ਕਿੱਧਰ ਚੱਲਿਆ, ਇੱਧਰ ਆ ਤੂੰ। ਤੇ ਸ਼ੌਕ ਸੀਗਾ ਥੋੜਾ ਜਿਹਾ ਇਹ। ਉਹ ਹੌਲੀ ਹੌਲੀ ਫਿਰ ਇਹ ਜਿੱਦਾਂ ਜਿੱਦਾਂ ਸਮਾਂ ਅੱਗੇ ਲੰਘਦਾ ਗਿਆ ਇਹ ਸ਼ੌਕ ਜਿਹੜਾ ਸੀਗਾ ਵੱਧਦਾ ਗਿਆ। ਔਰ पूरी तरह मैनू जिहड़ा मौका मिलिया वो आफ्टर रिटायरमेंट मिलिया। कोमल जी बैंक ऑफ इंडिया च मैनेजर दी पोस्ट कोई छोटी जी पोस्ट नहीं है, पोस्ट भी काफ़ी वड्डी अपना रुतबा वड्डा रखती है ते कवि होना भी बहुत वड्डी गल है। तुहानू दोहां विचों किहड़ा रुतबा अच्छा लगदा? देखो
ਜੌਬ ਜਿਹੜੀ ਸੀਗਾ ਉਹ ਇੱਕ ਮੇਰੇ ਰੋਟੀ ਦਾ ਸਾਧਨ ਸੀਗਾ, ਇਸ ਕਰਕੇ ਉਹ ਵੀ ਵਧੀਆ ਲੱਗਦੀ ਸੀ, ਕਿਉਂਕਿ ਉਹ ਤੋਂ ਬਿਨਾਂ ਵੀ ਮੈਂ ਕੁਛ ਨਹੀਂ ਸੀ। ਔਰ ਉਹ ਵੀ ਇੱਕ ਲੋਕ ਸੇਵਾ ਸੀ। ਔਰ ਜਿਹੜਾ ਲਿਖਣਾ ਇੱਕ ਮਨ ਦੀ ਸੰਤੁਸ਼ਟੀ ਆ, ਤੇ ਇਹ ਵੀ ਇੱਕ ਲੋਕ ਸੇਵਾ ਆ। ਮੇਰੇ ਲਈ ਦੋਨੇ ਬਰਾਬਰ ਸੀ। ਮੈਂ ਉਹ ਵੀ ਆਪਣੀ ਪੂਰੀ ਇਮਾਨਦਾਰੀ ਨਾਲ ਨਿਭਾਈਆਂ, ਔਰ ਮੈਂ ਕੋਸ਼ਿਸ਼ ਇਹ ਵੀ ਕਰਦਾ ਹਾਂ ਕਿ ਮੈਂ ਆਪਣੀ ਲੇਖਣੀ ਰਾਹੀਂ ਇਸ ਸਮਾਜ ਦੇ ਨਾਲ ਜਿਹੜੇ ਦਬਲੇ ਕੁਚਲੇ ਲੋਕ ਆ ਉਹਨਾਂ ਰਾਹੀਂ ਮੈਂ ਕੋਈ ਇਨਸਾਫ ਕਰ ਸਕਾਂ। ਇਹ ਮੇਰਾ ਇਹ ਤੁਹਾਡੀ ਕਲਾ ਦੀ ਜਿਹੜੀ ਭਾਵਨਾ ਆ, ਕੀ ਤੁਹਾਡੇ ਪੁਰਖਿਆਂ ਤੋਂ ਤੁਹਾਡੇ ਵਿਚਕਾਰ ਆਈ ਹੈ? ਨਹੀਂ, ਮੇਰੇ ਸਾਡੇ ਪਰਿਵਾਰ ਦੇ ਵਿੱਚ ਕੋਈ ਵੀ ਇਸ ਪਾਸੇ ਨੂੰ ਕੋਈ ਮਸ ਨਹੀਂ ਸੀ ਰੱਖਦਾ, ਕੋਈ ਸ਼ੌਕ ਨਹੀਂ ਸੀਗਾ। ਮਾਂ-ਬਾਪ ਅਨਪੜ੍ਹ ਸੀਗੇ ਤੇ ਇਸ ਕਰਕੇ ਉਹਨਾਂ ਨੂੰ ਕੋਈ ਬਹੁਤਾ ਇਸ ਪਾਸੇ ਸ਼ੌਕ ਨਹੀਂ ਸੀ। ਸਾਡੇ ਉਡੀਕਾਂ ਪ੍ਰੋਗਰਾਮ ਦੇ ਦਰਸ਼ਕਾਂ ਨੂੰ ਕੋਈ ਆਪਣੀ ਨਜ਼ਮ ਸੁਣਾ ਕੇ ਖੁਸ਼ੀ ਲਓ। ਬਿਲਕੁਲ ਜੀ। ਮੈਂ ਮੇਰੀ ਬੀਬਾ ਜੀ ਕਿਤਾਬ ਹੁਣੇ ਛਪੀ ਆ, ਦੀਵਾ ਬਲਦਾ ਰਿਹਾ। ਹਾਂਜੀ, ਮੈਂ ਪੜ੍ਹੀ ਹੈ। ਹਾਂਜੀ, ਤੇ ਉਹਦੇ ਵਿੱਚੋਂ ਮੈਂ ਤੁਹਾਨੂੰ ਇੱਕ ਗਜ਼ਲ ਤੁਹਾਡੀ ਨਜ਼ਰ ਕਰ ਰਿਹਾ। ਚੜ ਚੜ ਆਉਣ ਘਟਾਵਾਂ ਮੈਨੂੰ ਪਰਖਣ ਲਈ, ਬਹੁਤ ਵਧੀਆ। ਚੜ ਚੜ ਆਉਣ ਘਟਾਵਾਂ ਮੈਨੂੰ ਪਰਖਣ ਲਈ, ਰਲੀਆਂ ਨਾਲ ਹਵਾਵਾਂ ਮੈਨੂੰ ਪਰਖਣ ਲਈ। ਬਹੁਤ ਵਧੀਆ। ਚੜ ਚੜ ਆਉਣ ਘਟਾਵਾਂ ਮੈਨੂੰ ਪਰਖਣ ਲਈ, ਰਲੀਆਂ ਨਾਲ ਹਵਾਵਾਂ ਮੈਨੂੰ ਪਰਖਣ ਲਈ। ਜ਼ੋਰ ਨਾ ਚੱਲਿਆ ਛੱਲਾਂ ਦਾ ਜਦ ਮੇਰੇ ਤੇ, ਜ਼ੋਰ ਨਾ ਚੱਲਿਆ ਛੱਲਾਂ ਦਾ ਜਦ ਮੇਰੇ ਤੇ, ਕਦ ਕੱਢੇ ਦਰਿਆਵਾਂ ਮੈਨੂੰ ਪਰਖਣ ਲਈ। ਝੁਲਸ ਰਿਹਾ ਜਦ ਸੂਰਜ ਜੁੱਸਾ ਮੇਰਾ ਸੀ, ਝੁਲਸ ਰਿਹਾ ਜਦ ਸੂਰਜ ਜੁੱਸਾ ਮੇਰਾ ਸੀ, ਪਾਸੇ ਵਟ ਲੈ ਸ਼ਾਮਾਂ ਮੈਨੂੰ ਪਰਖਣ ਲਈ। ਤਾਜ ਬਣਾਇਆ ਕੁੱਲੀ ਦਾ ਜਿਹੜੇ ਕੱਖਾਂ ਨੂੰ, ਤਾਜ ਬਣਾਇਆ ਕੁੱਲੀ ਦਾ ਜਿਹੜੇ ਕੱਖਾਂ ਨੂੰ, ਰਲ ਗਏ ਨਾਲ ਹਵਾਵਾਂ ਮੈਨੂੰ ਪਰਖਣ ਲਈ। ਇਸ ਗਜ਼ਲ ਦਾ ਆਖਰੀ ਸ਼ੇਰ ਹੈ ਕਿ ਤੂੰ ਵੀ ਤੁਰ ਗਿਆ ਕੋਮਲ ਪੋ ਮਹੀਨੇ ਨੂੰ, ਤੂੰ ਵੀ ਤੁਰ ਗਿਆ ਕੋਮਲ ਪੋ ਮਹੀਨੇ ਨੂੰ, ਕਰਕੇ ਬੰਦ ਸਰਾਵਾਂ ਮੈਨੂੰ ਪਰਖਣ ਲਈ। ਚੜ ਚੜ ਆਉਣ ਘਟਾਵਾਂ ਮੈਨੂੰ ਪਰਖਣ ਲਈ, ਰਲੀਆਂ ਨਾਲ ਹਵਾਵਾਂ ਮੈਨੂੰ ਪਰਖਣ ਲਈ। ਔਰ ਤੁਹਾਡੀ ਨਜ਼ਰ ਹੋਰ ਵੀ ਮੈਂ ਇੱਕ ਦੋ ਗਜ਼ਲਾਂ ਦੇ ਸ਼ੇਰ ਨਜ਼ਰ ਕਰਾਂਗਾ। ਕੰਮ ਮੈਂ ਬਹੁਤ ਸਲਾਉਂਦੇ ਨਾ ਗਜ਼ਲਾਂ ਮੇਰੀਆਂ ਨੂੰ, ਕੰਮ ਬਹੁਤ ਸਲਾਉਂਦੇ ਗਜ਼ਲਾਂ ਮੇਰੀਆਂ ਨੂੰ, ਟੋਕਰੀ ਚੁੱਕ ਵੀ ਗਾਉਂਦੇ ਗਜ਼ਲਾਂ ਮੇਰੀਆਂ ਨੂੰ। ਕੰਮ ਬਹੁਤ ਸੁਣਾਉਂਦੇ ਗਜ਼ਲਾਂ ਮੇਰੀਆਂ ਨੂੰ, ਟੋਕਰੀ ਚੁੱਕ ਵੀ ਗਾਉਂਦੇ ਗਜ਼ਲਾਂ ਮੇਰੀਆਂ ਨੂੰ। ਜੀ ਕਰਦਾ ਸਭ ਸ਼ੇਰ ਉਹਨਾਂ ਤੋਂ ਵਾਰਦਿਆਂ, ਜੀ ਕਰਦਾ ਸਭ ਸ਼ੇਰ ਉਹਨਾਂ ਤੋਂ ਵਾਰਦਿਆਂ, ਜਿਹੜੇ ਖਾਬ ਚ ਗਾਉਂਦੇ ਗਜ਼ਲਾਂ ਮੇਰੀਆਂ ਨੂੰ। ਅੱਜ ਮਹਿਫਲ ਵਿੱਚ ਖੁਦ ਜੋ ਚਰਚਾ ਕਰਦੇ ਨੇ, ਅੱਜ ਮਹਿਫਲ ਵਿੱਚ ਖੁਦ ਜੋ ਚਰਚਾ ਕਰਦੇ ਨੇ, ਸੁਣਨਾ ਨਹੀਂ ਸੀ ਚਾਹੁੰਦੇ ਗਜ਼ਲਾਂ ਮੇਰੀਆਂ ਨੂੰ। ਜਦ ਮੈਂ ਆਖਾਂ ਕਾਮੇ ਦੀ ਕੋਈ ਗੱਲ ਕਰੋ, ਜਦ ਮੈਂ ਆਖਾਂ ਕਾਮੇ ਦੀ ਕੋਈ ਗੱਲ ਕਰੋ, ਮੈਨੂੰ ਆਖ ਸੁਣਾਉਂਦੇ ਗਜ਼ਲਾਂ ਮੇਰੀਆਂ ਨੂੰ। ਔਰ ਇਸ ਗੱਲ ਦਾ ਆਖਰੀ ਸ਼ੇਰ ਹੈ ਕਿ ਮੈਨੂੰ ਹੀ ਕਈ ਪੁੱਛਦੇ ਕੋਮਲ ਕਿਹੜਾ ਹੈ, ਮੈਨੂੰ ਹੀ ਕਈ ਪੁੱਛਦੇ ਕੋਮਲ ਕਿਹੜਾ ਹੈ, ਜਦ ਲੋਕੀ ਨੇ ਗਾਉਂਦੇ ਗਜ਼ਲਾਂ ਮੇਰੀਆਂ ਨੂੰ।
ਕਾਮੇ ਬਹੁਤ ਸਲਾਉਂਦੇ ਬਹੁਤ ਵਧੀਆ। ਗਜ਼ਲਾਂ ਮੇਰੀਆਂ ਨੂੰ, ਟੋਕਰੀ ਚੁੱਕ ਵੀ ਗਾਉਂਦੇ ਗਜ਼ਲਾਂ ਮੇਰੀਆਂ ਨੂੰ। ਕੋਮਲ ਜੀ, ਅਕਸਰ ਵੇਖਣ ਵੱਲ ਆਇਆ ਹੈ ਕਿ ਅਸੀਂ ਰੋਜ਼ ਵੇਖਦੇ ਹਾਂ ਕਿ ਇੱਕ ਆਫੀਸਰ ਦੀ ਜ਼ਿੰਦਗੀ ਤਾਂ ਘਰਦਿਆਂ ਨੂੰ ਚੰਗੀ ਲੱਗਦੀ ਆ, ਪਰ ਇੱਕ ਜਿਹੜਾ ਕਲਾ ਅੰਦਰ ਪਾਲ ਲੈਣੀ ਜਾਂ ਕਵੀ ਹੋਣਾ, ਇਹ ਘਰਦਿਆਂ ਨੂੰ ਬਰਦਾਸ਼ਤ ਨਹੀਂ ਹੁੰਦਾ। ਕਿ ਤੁਹਾਡੇ ਵੀ ਘਰ ਵਿੱਚ ਕੁਝ ਇਹੋ ਜਿਹਾ ਹੈ? ਨਹੀਂ ਜੀ, ਮੈਨੂੰ ਇਹ ਤਾਂ ਮੈਂ ਆਪਣੇ ਵਾਈਫ ਦਾ, ਆਪਣੇ ਪਰਿਵਾਰ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਮੈਨੂੰ ਹਮੇਸ਼ਾ ਉਹਨਾਂ ਨੇ ਐਨਕਰੇਜ ਕੀਤਾ। ਅੱਛਾ। ਔਰ ਮੈਂ ਜਦੋਂ ਆਪਣੇ ਕੋਈ ਗਜ਼ਲ ਲਿਖਦਾ ਆ ਤੇ ਉਹ ਇੰਜੋਏ ਕਰਦੇ ਆ ਪੂਰਾ। ਅੱਛਾ। ਉਹਨਾਂ ਨੇ ਮੈਨੂੰ ਜਦੋਂ, ਭਾਵੇਂ ਮੈਂ ਰਾਤ ਨੂੰ 12 ਵਜੇ ਤੱਕ ਬੈਠ ਕੇ ਲਿਖਦਾ ਰਹਾ, ਪੜ੍ਹਦਾ ਰਹਾ, 2 ਵੱਜ ਜਾਣ ਮੈਨੂੰ, ਦਿਨੇ ਮੈਂ ਕੋਈ ਜਾਣੀ ਕਿਸੇ ਪਾਸੇ ਕੋਈ ਧਿਆਨ ਦੇ ਸਕਾਂ ਚਾਹੇ ਨਾ ਦੇ, ਕਦੀ ਮੈਨੂੰ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਆ। ਔਰ ਹੋ ਸਕਦਾ ਕਿ ਮੇਰੀ ਇਹ ਜਿਹੜੇ ਮੈਂ ਇੱਥੇ ਤੱਕ ਜੇ ਪਹੁੰਚਾ ਆ, ਭਈ ਉਹਨਾਂ ਦੀ ਬਦੌਲਤ ਹੀ ਮੈਂ ਪਹੁੰਚਾ ਆ। ਤੇ ਬੱਚਿਆਂ ਨੂੰ ਵੀ ਕੋਈ ਸ਼ੌਂਕ ਹੈ? ਬੱਚਿਆਂ ਨੂੰ ਸੁਣਨ ਦਾ ਸ਼ੌਂਕ ਆ। ਬੱਚੇ ਤਾਂ ਲਗਭਗ ਸਾਰੇ ਮੈਡੀਕਲ ਲਾਈਨ 'ਚ ਗਏ ਆ। ਅੱਛਾ। ਤੇ ਬੱਚਿਆਂ ਨੂੰ ਸੁਣਨ ਦਾ ਬਹੁਤ ਸ਼ੌਕ ਆ। ਉਹਨਾਂ ਦੀ ਮੇਰੇ ਗਜ਼ਲਾਂ ਨੂੰ ਪੜ੍ਹਦੇ ਆ, ਇੰਜੋਏ ਕਰਦੇ ਆ ਔਰ ਮੈਨੂੰ ਕਮੈਂਟਸ ਦਿੰਦੇ ਆ। ਬੱਚਿਆਂ ਨੂੰ ਲਿਖਣ ਦਾ ਸ਼ੌਕ ਨਹੀਂ ਹੈ। ਤੇ ਲਿਖਦੇ ਕਿਹੜੇ ਵੇਲੇ ਹੋ ਤੁਸੀਂ? ਮੇਰਾ ਕੋਈ ਟਾਈਮ ਨਹੀਂ ਜੀ। ਅੱਛਾ। ਇਹ ਆ ਵੀ ਇੱਕ ਆਮ ਇੱਕ ਇਹ ਧਾਰਨਾ ਹੈ ਕਿ ਇਹ ਆਮਦ ਖੁਦਾ ਹੀ ਹੁੰਦੀ ਆ, ਕਿ ਜਦੋਂ ਕਿਸੇ ਮਨ ਨੂੰ ਕੋਈ ਚੀਜ਼ ਲੱਗ ਜਾਂਦੀ ਆ, ਕੋਈ ਦਿਲ ਨੂੰ ਟੁੰਬ ਜਾਂਦੀ ਆ ਗੱਲ, ਔਰ ਉਹ ਕੁਦਰਤੀ ਤੌਰ ਤੇ ਕੋਈ ਸ਼ੇਅਰ ਔੜ ਜਾਂਦਾ ਹੈ। ਉੱਪਰੋਂ ਹੀ ਆਮਦ ਆਉਂਦੀ ਹੈ। ਆਮਦ ਜਿਹੜੀ ਆ ਉਹ ਕੁਦਰਤੀ ਹੁੰਦੀ ਆ, ਖੁਦਾ ਹੀ ਆਮਦ ਹੁੰਦੀ ਆ। ਔਰ ਮੈਂ ਕਈ ਵਾਰ ਮਹਿਸੂਸ ਹੀ ਕਰਦਾ ਨਾ ਕਿ ਮੈਂ ਘਰ ਦੇ ਵਿੱਚ ਕੋਈ ਡਿਸਟਰਬੈਂਸ ਤਾਂ ਨਹੀਂ, ਕਿ ਰਾਤ ਨੂੰ ਕਈ ਵਾਰ ਮੈਂ 2 ਵਜੇ ਜੇ ਮੈਂ ਉੱਠ ਕੇ ਕੋਈ ਦਿਮਾਗ 'ਚ ਗੱਲ ਆ ਗਈ ਆ ਤੇ ਮੈਂ ਉਹਨੂੰ ਜੇ ਮੈਂ ਲਿਖਣਾ ਚਾਹਾਂ ਤੇ ਉਹ ਲਾਈਟ ਔਨ ਕਰਨੀ ਪੈਂਦੀ ਹੈ, ਤਾਂ ਫਿਰ ਮੈਂ ਆਪਣੇ ਉਹ ਸ਼ੇਅਰ ਜਾਂ ਕੋਈ ਲਾਈਨ ਜਿਹੜੀ ਆ ਮੈਂ ਆਪਣੇ ਮੋਬਾਈਲ ਤੇ ਰਿਕਾਰਡ ਕਰ ਲੈਣਾ। ਅੱਛਾ। ਤੇ ਉਹ ਤਾਂ ਕਿ ਮੈਨੂੰ ਉਹ ਭੁੱਲ ਨਾ ਜਾਣ। ਬਾਕੀ ਮੈਨੂੰ ਸਹਿਯੋਗ ਪੂਰਾ ਮਿਲ ਰਿਹਾ ਆ ਪਰਿਵਾਰ ਵੱਲੋਂ। ਪਰਿਵਾਰ ਦਾ। ਹਾਂਜੀ, ਔਰ ਉਹ ਮੇਰੇ ਤੇ ਮਾਣ ਵੀ ਮਹਿਸੂਸ ਕਰ ਰਿਹਾ ਹੁਣ ਹੈ। ਤੱਕ ਕਿੰਨੀਆਂ ਕਿਤਾਬਾਂ ਲਿਖ ਚੁੱਕੇ? ਮੇਰੀ ਹਾਲੇ ਵੀ ਭਾਜੀ ਇੱਕੋ ਹੀ ਕਿਤਾਬ ਆਈ ਆ। ਇੱਕ ਕਿਤਾਬ ਆਈ ਹੈ। ਤੇ ਬਾਕੀ ਜੇ ਕੋਈ ਹੋਰ ਮਾਲਕ ਨੇ ਮੌਕਾ ਦਿੱਤਾ ਸ਼ਾਇਦ ਕੋਈ ਹੋਰ ਵੀ ਲਿਖਿਆ ਪਿਆ ਹੋਣਾ ਮੈਟਰ। ਹਾਂਜੀ, ਕੁਝ ਹੈ, ਲਿਖਿਆ ਹੈ, ਕੁਝ ਲਿਖਿਆ ਹੈ। ਅੱਛਾ। ਹਾਂਜੀ। ਤੇ ਕੋਈ ਇਹੋ ਜਿਹਾ ਤਜਰਬਾ ਹੋਇਆ ਹੋਵੇ ਤੁਹਾਨੂੰ ਕੌੜਾ ਜ਼ਿੰਦਗੀ ਵਿੱਚ ਕਿ ਜਿਹਨੇ ਤੁਹਾਨੂੰ ਉਦਾਸ ਕੀਤਾ ਹੋਵੇ ਕਦੇ? ਕੋਈ ਜਾਂ ਤੁਹਾਡੀ ਜ਼ਿੰਦਗੀ ਵਿੱਚ ਕਿਸ ਪਰਸਨ ਦੀ ਸਭ ਤੋਂ ਵੱਡੀ ਦੇਣ ਆ ਕਿ ਤੁਸੀਂ ਇੱਥੋਂ ਤੱਕ ਪਹੁੰਚੇ ਹੋ? ਦੇਖੋ ਜੀ, ਦੇਣ ਜਿਹੜੀ ਗੱਲ ਆ ਉਹ ਤਾਂ ਮੈਂ ਆਪਣੇ ਉਸਤਾਦ ਆਰਫ ਗੋਬਿੰਦਪੁਰੀ ਜੀ, ਹਾਂ, ਉਹ ਸਾਡੇ ਵੀ ਸਿਰਾ ਮਿੱਤਰ ਉਹਨਾਂ ਨੂੰ ਸਨ। ਜਾਂਦਾ। ਹਾਂਜੀ, ਸਾਡੇ ਮਿੱਤਰ ਸਨ ਉਹ। ਹਾਂਜੀ। ਤੇ ਮੇਰੀ ਇੱਕ ਥੋੜਾ ਜਿਹਾ ਜਦੋਂ ਕਹਿ ਲਓ ਵੀ ਬਦਕਿਸਮਤੀ ਰਹੀ ਆ ਕਿ ਜਦੋਂ ਮੈਨੂੰ ਟਾਈਮ ਮਿਲਿਆ ਉਦੋਂ ਉਹ ਨਹੀਂ ਇਸ ਕਾਬਲ ਰਹਿ ਕੇ ਮੈਨੂੰ ਕੁਝ ਦੱਸ ਸਕਦੇ, ਤੇ ਜਦੋਂ ਉਹ ਇਸ ਕਾਬਲ ਸੀਗੇ ਕਿ ਮੈਨੂੰ ਕੁਝ ਸਮਝਾ ਸਕਦੇ ਬਹੁਤਾ, ਤੇ ਉਸ ਵੇਲੇ ਮੇਰੇ ਕੋਲ ਟਾਈਮ ਨਹੀਂ ਸੀ ਹੁੰਦਾ। ਨੌਕਰੀ ਸੀ ਬੈਂਕ ਦੀ, ਮੈਂ ਤਾਂ ਟਾਈਮ ਨਹੀਂ ਸੀ ਕੱਢ ਸਕਦਾ। ਤੇ ਜਦੋਂ ਮੈਨੂੰ ਟਾਈਮ ਮਿਲਿਆ ਉਹ ਥੋੜਾ ਜਿਹਾ ਸਿਹਤ ਪੱਖੋਂ ਜਿਹੜੀ ਆ ਉਹ, ਤੇ ਜਿੰਨਾ ਵੀ ਮੈਂ ਕੁਝ ਪਿੰਗਲ ਰੂਸ ਬਾਰੇ ਕੋਈ ਜਾਣਕਾਰੀ ਹਾਸਲ ਕੀਤੀ ਆ ਉਹ ਉਹਨਾਂ ਤੋਂ ਕੀਤੀ ਆ। ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਔਰ ਉਹਨਾਂ ਦੇ ਮੈਂ ਚਾਹਨਾ ਉਹਨਾਂ ਨੂੰ ਪ੍ਰਣਾਮ ਕਰਦਾ ਹਾਂ। ਜ਼ਿੰਦਗੀ ਵਿੱਚ ਕੋਈ ਹੁਣ ਤੱਕ ਦੇ ਸਫ਼ਰ ਵਿੱਚ, ਬੈਂਕ ਦੀ ਨੌਕਰੀ ਵਿੱਚ ਜਾਂ ਇਸ ਕਲਾ ਦੇ ਫੀਲਡ ਵਿੱਚ ਜਾਂ ਆਪਣੇ ਕੋਈ ਤੁਹਾਨੂੰ ਕੋਈ ਕੌੜਾ ਤਜਰਬਾ ਵੀ ਹੋਇਆ? ਦੇਖੋ, ਬਹੁਤ ਸਾਰੇ ਕੌੜੇ ਤਜਰਬੇ ਜ਼ਿੰਦਗੀ ਦੇ ਵਿੱਚ ਹੋਏ ਆ। ਜਦੋਂ ਮੈਂ ਨੌਕਰੀ ਕਰਦਾ ਸੀ ਤੇ ਕਈ ਵਾਰ ਦਿਲ 'ਚ ਇਹ ਭਾਵਨਾ ਹੁੰਦੀ ਸੀ ਮੇਰੇ ਵੱਲੋਂ ਕਿ ਮੈਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰ ਸਕਾਂ, ਮੈਂ ਵੱਧ ਤੋਂ ਵੱਧ ਲੋਕਾਂ ਨੂੰ ਕੋਆਪਰੇਟ ਕਰ ਸਕਾਂ। ਔਰ ਇੱਕ ਪਬਲਿਕ ਜੌਬ ਹੋਣ ਦੇ ਕਰਕੇ ਲੋਕਾਂ ਦੀ ਐਕਸਪੈਕਟੇਸ਼ਨਸ ਜਿਹੜੀਆਂ ਹੁੰਦੀਆਂ ਆ ਉਹ ਬਹੁਤ ਜ਼ਿਆਦਾ ਹੁੰਦੀਆਂ ਆ। ਕਈ ਵਾਰ ਅਸੀਂ ਉਹਨਾਂ ਤੇ ਪੂਰਾ ਨਹੀਂ ਉਤਰ ਸਕਦੇ। ਕਈ ਵਾਰ ਸਾਡੀਆਂ ਜਿਹੜੀਆਂ ਬੰਦਸ਼ਾਂ ਹੁੰਦੀਆਂ ਆ, ਸਾਡੇ ਹੱਥ ਬੰਨੇ ਹੁੰਦੇ ਆ। ਤੇ ਮੇਰੀ 1-2 ਵਾਰ ਕੰਪਲੇਂਟਾਂ ਵੀ ਹੋਈਆਂ ਕਿ ਜਿੱਥੇ ਮੈਂ ਨਹੀਂ ਚਾਹੁੰਦਾ ਹੋਇਆ ਵੀ ਮੈਂ ਮਦਦ ਨਹੀਂ ਉਹਨਾਂ ਦੀ ਕਰ ਸਕਿਆ, ਕਿਉਂਕਿ ਕੋਈ ਰੂਲਸ ਦੇ ਮੁਤਾਬਕ ਜਿਹੜਾ ਮੈਂ ਬਚਿਆ ਸੀਗਾ। ਮੇਰੀਆਂ ਕੰਪਲੇਂਟਾਂ ਫਿਰ ਉਹਨਾਂ ਨੇ ਕਰ ਦਿੱਤੀਆਂ। ਖੈਰ ਉਹਦੇ ਵਿੱਚ ਮੈਨੂੰ ਕੋਈ ਇੱਦਾਂ ਦੀ ਗੱਲ ਨਹੀਂ ਸੀਗੀ ਕਿ ਮੈਂ ਕਿਸੇ ਨੂੰ ਨੁਕਸਾਨ ਪਹੁੰਚਾਇਆ ਹੋਵੇ। ਤੇ ਉਹ ਜਦੋਂ ਇੱਕ ਸਿੰਸੀਅਰਲੀ ਬੰਦਾ ਜਦੋਂ ਕੰਮ ਕਰਦਾ, ਉਹਦੀਆਂ ਜਦੋਂ ਕੰਪਲੇਂਟਾਂ ਆਉਂਦੀਆਂ ਫਿਰ ਮਨ ਨੂੰ ਦੁੱਖ ਹੁੰਦਾ ਹੈ, ਫਿਰ ਮਨ ਨੂੰ ਦੁੱਖ ਹੁੰਦਾ ਹੈ।
ਤੇ ਜੋਬ ਦੇ ਵਿੱਚ ਚੱਲਦਾ ਰਹਿੰਦਾ ਜਾਏ ਤਾਂ ਇਹ ਪਰ ਤੁਸੀਂ ਆਪਣੇ ਜਿੱਦਾਂ ਕਹ ਲਓ ਵੀ ਆਪਣੀ ਆਤਮਾ ਵੱਲੋਂ ਸੱਚੇ ਆ ਅਗਰ ਆਪਣੇ ਤੇ ਫਿਰ ਤੁਹਾਨੂੰ ਇੱਕ ਨਹੀਂ ਫਿਰ ਤੁਹਾਨੂੰ ਹਾਂਜੀ ਗਵਾਹਾਂ ਦੀ ਲੋੜ ਨਹੀਂ ਗਵਾਹਾਂ ਦੀ ਲੋੜ ਨਹੀਂ ਰਹਿੰਦੀ ਨਹੀਂ ਰਹਿੰਦੀ ਹੈ ਨਾ। ਹਾਂਜੀ ਓਕੇ ਰੈਡੀ। ਕੋਮਲ ਜੀ, ਨਿੱਕਾ ਜਿਹਾ ਪਿੰਡ ਹੈ ਦੁਆਬੇ ਦਾ ਘੋੜਾ, ਉਸ ਨਿੱਕੇ ਜਿਹੇ ਪਿੰਡ ਚੋਂ ਉੱਠ ਕੇ ਤੁਸੀਂ ਬੈਂਕ ਦੇ ਮੈਨੇਜਰ ਬਣੇ, ਇੱਕ ਅੱਛੇ ਕਵੀ ਬਣੇ ਹੋ, ਔਰ ਇਸ ਸਫ਼ਰ ਵਿੱਚ ਕੋਈ ਤੁਹਾਨੂੰ ਕੌੜਾ ਮਿੱਠਾ ਤਜਰਬਾ ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਮੈਂ ਬਚਪਨ ਦਾ ਜਿੱਦਾਂ ਕਹਿ ਲਓ ਵੀ ਸਾਡਾ ਕਾਹਦਾ ਬਚਪਨ ਹੁੰਦਾ ਹੈ ਇੱਕ ਗਰੀਬ ਦੇ ਘਰ ਚ, ਔਰ ਮੈਨੂੰ ਇੱਕ ਕੌੜਾ ਤਜਰਬਾ ਜਿਹੜਾ ਆ ਉਹ ਇਹ ਸੀ ਕਿ ਮੈਂ ਕਮਜ਼ੋਰ ਬਹੁਤ ਜ਼ਿਆਦਾ ਸੀਗਾ। ਅੱਛਾ। ਤੇ ਇੱਕ ਵਾਰ ਮੈਂ ਦਿਹਾੜੀ ਚਲੇ ਗਿਆ। ਅੱਛਾ। 8ਵੀਂ ਦੇ ਪੇਪਰ ਦਿੱਤੇ, ਛੁੱਟੀਆਂ ਹੋਈਆਂ ਤੇ ਉਹ ਗਰਮੀ ਦਾ ਦਿਨ ਸੀ, ਵਾਢੀਆਂ ਦੇ ਤੇ ਲੇਬਰ ਦੀ ਵੀ ਪ੍ਰੋਬਲਮ ਹੁੰਦੀ ਸੀਗੀ। ਤੇ ਮੈਂ ਦਿਹਾੜੀ ਜਾ ਚੱਲ ਗਿਆ ਤਾਂ ਉਹਨਾਂ ਨੇ ਮੈਨੂੰ ਦਿਹਾੜੀ ਰੱਖਣ ਤੋਂ ਨਾ ਕਰ ਦਿੱਤੀ। ਮਾੜਾ ਬਹੁਤ ਹੈ। ਮਾੜਾ ਬਹੁਤ ਹੈ, ਕਹਿੰਦੇ ਇਤੋਂ ਕਿੱਥੇ ਕੰਮ ਹੋਣਾ। ਖੈਰ ਮੈਂ ਉਹ ਵੀ ਆਪਣੀ ਜਗ੍ਹਾ ਸਹੀ ਸੀਗੇ। ਤੇ ਫਿਰ ਮੈਨੂੰ ਇਹ ਇਦਾਂ ਲੱਗਾ ਵੀ ਮੇਰਾ ਉਹਨਾਂ ਨੇ ਸਰੀਰ ਤਾਂ ਦੇਖ ਲਿਆ ਆ ਪਰ ਮੇਰਾ ਹੌਸਲਾ ਨਹੀਂ ਦੇਖਿਆ। ਫਿਰ ਮੈਂ ਸਾਰੀ ਦਿਹਾੜੀ ਕਹੀ ਚਲਾਉਂਦਾ ਰਿਹਾ। ਅੱਛਾ। ਸਾਰੀ ਦਿਹਾੜੀ ਫਿਰ ਮੈਂ ਕਹੀ ਚਲਾਉਂਦਾ ਰਿਹਾ। ਔਰ ਮੈਂ ਕਈ ਵਾਰ ਹੁਣ ਮੈਂ ਜਦੋਂ ਇਹ ਗੱਲਾਂ ਸਾਂਝੀਆਂ ਕਰਦਾ ਆਪਣੇ ਬੱਚਿਆਂ ਦੇ ਨਾਲ ਵੀ ਸਾਂਝੀਆਂ ਕਰਦਾ ਕਿ ਅਸੀਂ ਇਸ ਲੈਵਲ ਤੋਂ ਉੱਠੇ ਆ, ਸੰਘਰਸ਼ ਦੇ ਵਿੱਚ ਉੱਠੇ ਆ, ਤੇ ਉਹ ਹੈਰਾਨ ਰਹਿ ਜਾਂਦੇ ਆ। ਪਰ ਮੈਨੂੰ ਆਪਣੇ ਬਚਪਨ ਤੇ ਮੈਨੂੰ ਇਹਨਾਂ ਦਿਨਾਂ ਤੇ ਆਪਣੇ ਪਿੰਡ ਤੇ ਮਾਣ ਹੈ ਇਸ ਗੱਲ ਦਾ ਕਿ ਮੈਂ ਆਪਣਾ ਬਚਪਨ ਜਿਹੜਾ ਉਸ ਪਿੰਡ 'ਚ ਹੰਡਾਇਆ, ਉਸ ਪਿੰਡ ਦੇ ਰਾਹਾਂ ਦੀ ਧੁੱਦਲ ਦੇ ਵਿੱਚ ਮੈਂ ਖੇਡ ਕੇ ਅੱਗੇ ਵਧਿਆ ਔਰ ਮੈਂ ਸੰਘਰਸ਼ ਕਰਕੇ ਇੱਥੇ ਤੱਕ ਪਹੁੰਚਾ ਹਾਂ। ਔਰ ਮੇਰੇ ਮਾਂ-ਬਾਪ ਦਾ ਮੇਰੇ ਤੇ ਬਹੁਤ ਵੱਡਾ ਯੋਗਦਾਨ ਆ ਹੈ ਕਿ ਉਹ ਵੀ ਮੈਨੂੰ ਨਹੀਂ ਤਾਂ ਕਿਸੇ ਨਾ ਕਿਤੇ ਕਾਰਖਾਨੇ ਲਾ ਸਕਦੇ ਸੀ, ਪਰ ਉਹਨਾਂ ਨੇ ਮੇਰੀ ਜ਼ਿੰਦਗੀ ਦੀ ਜਿਹੜੀ ਆ ਮੈਂ ਉਹਨਾਂ ਦੀ ਬਦੌਲਤ ਹੀ ਇੱਥੇ ਤੱਕ ਪਹੁੰਚਾ ਕਿ ਉਹਨਾਂ ਨੇ ਮੈਨੂੰ ਪੜ੍ਹਨੋਂ ਨਹੀਂ ਹਟਣ ਦਿੱਤਾ। ਆਪਣੀ ਮਿਹਨਤ ਕਰਕੇ ਮੈਨੂੰ ਉਹਨਾਂ ਨੇ ਪੜ੍ਹਾਇਆ ਔਰ ਉਹਨਾਂ ਦੇ ਆਸ਼ੀਰਵਾਦ ਦਾ ਸਦਕਾ ਜਿਹੜਾ ਆ ਮੈਂ ਇੱਥੇ ਤੱਕ ਪਹੁੰਚਿਆ ਹਾਂ। ਕੋਮਲ ਜੀ, ਮੈਨੂੰ ਇੱਕ ਵਾਕਿਆ ਯਾਦ ਆਉਂਦਾ ਹੈ ਕਿ ਤੁਸੀਂ ਨਵਾਂ ਸ਼ਹਿਰ ਵਿੱਚ ਜਦੋਂ ਅਸਿਸਟੈਂਟ ਮੈਨੇਜਰ ਦੀ ਪੋਸਟ ਤੇ ਆਏ ਸੀ ਔਰ ਮੈਂ ਕਿਸੇ ਕੰਮ ਮੈਨੇਜਰ ਤੁਹਾਡੇ ਕੋਲ ਗਈ ਸੀ ਔਰ ਮੈਂ ਆਪਣਾ ਕਾਰਡ ਉੱਥੇ ਰੱਖ ਆਈ ਸਾਂ। ਉਸ ਦਿਨ ਸ਼ਾਇਦ ਤੁਸੀਂ ਐਬਸੈਂਟ ਸਾ ਔਰ ਦੂਸਰੇ ਦਿਨ ਜਦੋਂ ਤੁਸੀਂ ਗਏ ਤੇ ਉਹ ਕਾਰਡ ਦੇਖਿਆ ਸੀ ਟੇਬਲ ਤੇ ਪਿਆ ਤੇ ਉੱਥੇ ਮੇਰਾ ਨਾਮ ਪੜ੍ਹ ਕੇ ਬੜਾ ਹੈਰਾਨ ਹੋਏ ਸੀ। ਮੈਨੇਜਰ ਨੂੰ ਪੁੱਛਿਆ ਸੀ ਕਿ ਇਹ ਕਾਰਡ ਕੌਣ ਰੱਖ ਗਿਆ ਇੱਥੇ, ਉਹਨੇ ਦੱਸਿਆ ਸੀ ਕਿ ਉਹ ਆਪ। ਬੜਾ ਅੱਛਾ ਲੱਗਿਆ ਕਿ ਤੁਸੀਂ ਇੱਕ ਵੱਡੇ ਸੰਘਰਸ਼ ਵਿੱਚੋਂ ਨਿਕਲੇ ਹੋ ਔਰ ਉਸ ਦੌਰ ਵਿੱਚੋਂ ਨਿਕਲੇ ਹੋ ਜਿਹੜਾ ਹੁਣ ਦੇ ਦੌਰ ਨਾਲੋਂ ਡਿਫਰੈਂਟ ਹੈ ਔਰ ਉਸ ਦੌਰ ਚੋਂ ਨਿਕਲ ਕੇ ਇਸ ਲੈਵਲ ਤੇ ਪਹੁੰਚਣਾ ਕੋਈ ਛੋਟੀ ਜੀ ਗੱਲ ਨਹੀਂ ਹੁੰਦੀ। ਸੋ ਇਹ ਹਿੱਸੇ ਨੂੰ ਵੀ ਜਾਣ ਕੇ ਸਾਨੂੰ ਬਹੁਤ ਅੱਛਾ ਲੱਗਿਆ। ਸੋ ਇੱਕ ਨਜ਼ਮ ਨਾਲ ਹੋਰ ਸਾਡੇ ਉਡੀਕਾਂ ਪ੍ਰੋਗਰਾਮ ਦੇ ਦਰਸ਼ਕਾਂ ਨੂੰ ਸਾਂਝੀ ਕਰੋ। ਠੀਕ ਹੈ ਭਾਈ। ਗਜ਼ਲ ਦੇ ਕੁਝ शेर है। मेरी जे गजल ही मेरी दास्तां है, मेरी जे गजल ही मेरी दास्तां है, टूटे हुए दिल की जे आहो फुगां है। मेरी जे गजल ही मेरी दास्तां है, टूटे हुए दिल की जे आहो फुगां है। उठा कर नजर तुम जरा सा तो देखो, उठा कर नजर तुम जरा सा तो देखो, तेरे महल ऊपर मेरा आशियां है, तेरे महल ऊपर मेरा आशियां है। खिजा को बहारे चमन कह रहा है, खिजा को बहारे चमन कह रहा है, मेरे गुलस्तां का कैसा बागवां है, मेरे गुलस्तां का कैसा बागवां है। निज़ाम खुदा भी जे कैसा है कोमल, निज़ाम खुदा भी जे कैसा है कोमल,
तलाशे गजा में हयाती रवां है, मेरी जय गजल ही मेरी दास्तां है, टूटे हुए दिल की जयाओ फुगां है। ये भी गजल मेरी उर्दू ਦੀ ਗਜ਼ਲ ਬਹੁਤ ਸੀ। ਵਧੀਆ ਕੋਮਲ ਜੀ, ਬਹੁਤ ਵਧੀਆ ਲਿਖਦੇ ਹੋ ਤੁਸੀਂ, ਔਰ ਸਭ ਤੋਂ ਵਧੀਆ ਇਹ ਲੱਗਿਆ ਕਿ ਉਸ ਨੂੰ ਤਰਨਮ ਵਿੱਚ ਤੁਸੀਂ ਸਾਨੂੰ ਸੁਣਾਇਆ, ਔਰ ਹੋਰ ਵੀ ਵਧੀਆ ਲੱਗਿਆ, ਔਰ ਬਹੁਤ ਤੁਹਾਡੀ ਲਿਖਤਾਂ ਵਿੱਚ ਦਮ ਆ। ਔਰ ਮੈਨੂੰ ਆਪਣੇ ਬੱਚਿਆਂ ਬਾਰੇ ਦੱਸੋ ਕਿ ਉਹਨਾਂ ਨੂੰ ਤੁਸੀਂ ਕੀ, ਉਹਨਾਂ ਦੇ ਆਉਣ ਵਾਲੇ ਸਮੇਂ ਵਿੱਚ ਫਿਊਚਰ ਲਈ ਉਹਨਾਂ ਦੇ ਕੀ ਸੋਚਦੇ ਹੋ ਕਿ ਉਹ ਕੀ ਬਣਨ, ਕੀ ਬੀਬਾ ਜੀ ਮੇਰੇ ਬੱਚਿਆਂ ਨੇ ਜੋ ਬਣਨਾ ਸੀ ਲਗਭਗ ਬਣ ਗਏ ਆ। ਅੱਛਾ। ਮੇਰੀਆਂ 4 ਬੇਟੀਆਂ, ਇੱਕ ਬੇਟਾ ਆ, ਅੱਛਾ। ਔਰ 2 ਬੇਟੀਆਂ ਮੇਰੀਆਂ ਡਾਕਟਰ ਆ। ਅੱਛਾ। ਉਹਨਾਂ ਚੋਂ ਇੱਕ ਬੇਟੀ ਮੇਰੀ ਕੈਨੇਡਾ 'ਚ ਡਾਕਟਰ ਆ, ਇੱਕ ਬੇਟੀ ਮੇਰੀ ਬੰਬੇ ਆ, ਉਹ ਡਰਮਟੋਲੋਜਿਸਟ ਆ। ਬਹੁਤ ਵਧੀਆ। ਔਰ ਇੱਕ ਬੇਟੀ ਜਿਹੜੀ ਆ ਉਹ BSc BEd MBA ਆ, ਉਹ ਵੀ ਕੈਨੇਡਾ ਆ। ਇੱਕ ਬੇਟੀ ਮੇਰੀ ਇੰਗਲੈਂਡ ਆ, ਉਹ ਨਰਸ ਆ। ਔਰ ਬੇਟਾ ਮੇਰਾ ਛੋਟਾ, ਉਹ ਵੀ ਕੈਨੇਡਾ ਸੈਟਲ ਆ। ਔਰ ਮੈਂ ਹੁਣ ਉਹਨਾਂ ਨੂੰ ਕਹਿਤਾ ਮੈਂ ਜਿੱਥੇ ਤੱਕ ਤੁਹਾਨੂੰ ਪਹੁੰਚਾਉਣਾ ਸੀ ਪਹੁੰਚਾਤਾ, ਹੁਣ ਤੁਹਾਡੀ ਅੱਗੇ ਹਿੰਮਤ ਆ ਕਿ ਹੁਣ ਤੁਸੀਂ ਕਿੱਥੇ ਤੱਕ ਉਡਾਰੀ ਮਾਰਨੀ ਆ, ਇਹ ਤੁਹਾਡੀ ਹਿੰਮਤ ਆ। ਕੋਮਲ ਜੀ, ਸਾਡਾ ਰਾਈਟਰਾਂ ਨਾਲ ਰੋਜ਼ ਬਾਹ ਪੈਂਦਾ ਹੈ, ਹਾਂਜੀ। ਪਰ ਮੈਂ ਇਹ ਦੇਖਿਆ ਕਿ ਜਿਹੜੇ ਰਾਈਟਰਸ ਹੈ ਉਹਨਾਂ ਦੀ ਔਲਾਦ ਜਿਹੜੀ ਉਹ ਇੰਨੀ ਲਾਇਕ ਨਹੀਂ ਹੁੰਦੀ, ਪਰ ਅੱਜ ਤੁਹਾਡੇ ਕੋਲ ਸੁਣ ਕੇ ਕਿ ਤੁਹਾਡੇ ਜਿਹੜੇ ਬੱਚੇ ਆ ਉਹ ਬਹੁਤ ਬੁਲੰਦੀਆਂ ਤੇ ਪਹੁੰਚੇ ਹੋਏ ਆ, ਤੇ ਬਹੁਤ ਹੀ ਅੱਛਾ ਲੱਗਾ, ਬਹੁਤ ਹੀ ਅੱਛਾ, ਇਹ ਤੁਹਾਡੀ ਦੇਣ ਆ ਉਹਨਾਂ ਨੂੰ। ਬੀਬਾ ਜੀ ਕੁਛ ਸੰਸਕਾਰ ਵੀ ਹੁੰਦੇ ਆ ਕਿ ਮੈਂ ਕਦੀ ਵੀ ਬੇਟੇ ਔਰ ਬੇਟੀ 'ਚ ਕਦੀ ਕੋਈ ਫਰਕ ਨਹੀਂ ਸਮਝਿਆ। ਔਰ ਇਹੀ ਕਾਰਨ ਆ ਕਿ 2 ਬੇਟੀਆਂ ਜੇ ਡਾਕਟਰ ਬਣੀਆਂ ਆ, ਤੇ ਨਹੀਂ ਤਾਂ ਆਮ ਕਰਕੇ ਜੋ ਤਾਰਨ ਦੀ ਕੋਈ ਕਿ ਇਹਨਾਂ ਨੇ ਕਿਹੜਾ ਸਾਡੇ ਘਰ ਰਹਿਣਾ ਆ, ਥੋੜੀ ਜਿਹੀ ਇੱਕ ਨੇ ਇਹਨਾਂ ਨੂੰ ਐਜੂਕੇਸ਼ਨ ਦਿਓ ਔਰ ਚਲੇ ਜਾਓ। ਮੈਂ ਬੇਟੀਆਂ ਨੂੰ ਇੱਕ ਐਜੂਕੇਸ਼ਨ ਦਾ ਦਾਨ ਦਿੱਤਾ ਆ, ਦਾਜ ਦਿੱਤਾ। ਮੈਂ ਹੋਰ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਹੋਰ ਨਹੀਂ ਕੁਝ ਦੇ ਸਕਦਾ, ਤੁਸੀਂ ਪੜ੍ਹਾਈ ਜਿੱਥੇ ਤੱਕ ਮਰਜ਼ੀ ਕਰੋ, ਮੈਨੂੰ ਭਾਵੇਂ ਮੈਂ ਕਰਜ਼ਾ ਚੱਕ ਕੇ ਤੁਹਾਨੂੰ ਪੜ੍ਹਾਵਾਂ, ਮੈਂ ਪੜ੍ਹਾਵਾਂਗਾ, ਲੇਕਿਨ ਮੈਂ ਤੁਹਾਨੂੰ ਜਿਹੜਾ ਦਾਜ ਨਹੀਂ ਦੇਣਾ। ਔਰ ਮੈਂ ਉਹ ਐਜੂਕੇਸ਼ਨ ਦਾ ਦਾਜ ਉਹਨਾਂ ਨੂੰ ਦਿੱਤਾ। ਔਰ ਮੈਨੂੰ ਆਪਣੇ ਬੱਚਿਆਂ ਤੇ ਮਾਣ ਆ ਕਿ ਉਹਨਾਂ ਬੱਚਿਆਂ ਦੀ ਬਦੌਲਤ ਹੀ ਮੇਰਾ ਨਾਂ ਜਿਹੜਾ ਆ ਉਹ ਅੱਜ ਹੈ। ਬਹੁਤ ਵਧੀਆ ਭਾਵਨਾ ਹੈ ਤੁਹਾਡੀ ਆਪਣੇ ਬੱਚਿਆਂ ਪ੍ਰਤੀ, ਔਰ ਤੁਹਾਡੇ ਬੱਚਿਆਂ ਨੇ ਵੀ ਤੁਹਾਡੇ ਭਾਵਨਾ ਨੂੰ ਪੂਰੇ ਉਤਰੇ ਆ। ਬਿਲਕੁਲ। ਔਰ ਆਉਣ ਵਾਲੀ ਪੀੜ੍ਹੀ ਨੂੰ ਜਾਂ ਆਉਣ ਵਾਲੀਆਂ ਨਸਲਾਂ ਨੂੰ ਕੋਈ ਜਿਹੜਾ ਅੱਜ ਕੱਲ੍ਹ ਮੋਬਾਈਲ ਕਲਚਰ ਬਹੁਤ ਫੈਲਿਆ ਹੋਇਆ, ਇਸ ਕਲਚਰ ਨੂੰ ਜਿਹੜੇ ਬੱਚੇ ਡੁੱਬੇ ਪਏ ਆ, ਉਹਨਾਂ ਲਈ ਕੋਈ ਮੈਸੇਜ ਛੱਡਣਾ ਚਾਹੁੰਦੇ ਆ? ਦੇਖੋ ਇਹ ਸਰਕਾਰਾਂ ਦੀ ਕਹਿ ਲਓ ਜਾਂ ਸਾਡੇ ਨਿਜ਼ਾਮ ਦੀ ਕਹਿ ਲਓ, ਇੱਕ ਸੋਚ ਆ ਇਹ ਕਿ ਬੱਚੇ ਜਿਹੜੇ ਆ ਉਹ ਅਸਲੀ ਜਿਹੜੀਆਂ ਪ੍ਰੋਬਲਮਸ ਆ, ਸਮੱਸਿਆਵਾਂ ਆ, ਉਹਨਾਂ ਤੋਂ ਉਹਨਾਂ ਦਾ ਧਿਆਨ ਭਟਕਾਇਆ ਜਾਵੇ। ਔਰ ਇਹ ਵੀ ਉਹਦਾ ਇੱਕ ਹਿੱਸਾ ਆ ਕਿ ਉਹ ਜਿਹੜੀਆਂ ਜੋ ਸਾਡੀਆਂ ਅਸਲੀ ਸਮੱਸਿਆਵਾਂ ਆ, ਐਜੂਕੇਸ਼ਨ ਵੱਲ ਬੱਚਿਆਂ ਦਾ ਧਿਆਨ ਨਾ ਜਾਵੇ, ਬੱਚਿਆਂ ਦਾ ਰੁਜ਼ਗਾਰ ਵੱਲ ਧਿਆਨ ਨਾ ਜਾਵੇ। ਬਾਕੀ ਬੱਚੇ ਜਿਹੜੇ ਆ ਕੋਈ ਹੋਰ ਹੁਨਰ ਹਾਸਲ ਕਰਕੇ ਅੱਗੇ ਮਤਲਬ ਉਹਨਾਂ ਨੂੰ ਮੋਬਾਈਲ ਤੇ ਲਾ ਦਿਓ। ਔਰ ਮਾਂ ਵੀ ਜਿਹੜੀ ਆ ਮੈਂ ਦੇਖਦਾ ਆ ਕਿ ਉਹ ਜਦੋਂ ਬੱਚੇ ਤੋਂ ਥੋੜੇ ਜਿਹਾ ਅਗਲੇ ਉਹਨੂੰ ਬੱਚੇ ਨੂੰ ਫੋਨ ਫੜਾ ਦਿੰਦੀ ਤੇ ਆਪ ਟੀਵੀ ਦੇਖਦੀ ਰਹਿੰਦੀ ਹੈ। ਔਰ ਬੱਚਾ ਛੋਟਾ ਜਿਹੜਾ ਬੱਚਾ ਆ ਉਹਦਾ ਉਹ ਮੋਬਾਈਲ ਤੇ ਲੱਗਾ ਰਹਿੰਦਾ ਹੈ। ਔਰ ਇਹ ਕਲਚਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤਬਾਹ ਕਰ ਦੇਗਾ। ਇਹ ਜਿਹੜੀ ਸੋਚ ਹੈ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤਬਾਹ, ਇਹ ਸਾਡਾ ਫਰਜ਼ ਬਣਦਾ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਸ ਪਾਸੇ ਨੂੰ ਤੋਰਨਾ ਆ। ਇਸ ਕਲਚਰ ਤੋਂ ਸਾਨੂੰ ਪਿੱਛੇ ਹਟਣਾ ਪਏਗਾ, ਸੰਕੋਚ ਕਰਨਾ ਪਏਗਾ ਔਰ ਬੱਚਿਆਂ ਨੂੰ ਐਜੂਕੇਸ਼ਨ ਵਾਲੇ ਪਾਸੇ ਨੂੰ ਤੋਰਨਾ ਪਏਗਾ। ਬਿਲਕੁਲ। ਹੋਰ ਕੋਈ ਐਸੀ ਸ਼ਖਸੀਅਤ ਜਿਹਦੇ ਤੇ ਤੁਹਾਨੂੰ ਮਾਣ ਹੋਵੇ, ਤੁਹਾਡੀ ਜ਼ਿੰਦਗੀ 'ਚ ਆ ਕੇ ਤੁਹਾਡੀ ਜ਼ਿੰਦਗੀ ਹੋਰ ਵੀ ਵਧੀਆ ਡਿਵੈਲਪ ਹੋਈ ਹੋਵੇ, ਉਸ ਸ਼ਖਸੀਅਤ ਦਾ ਜਾਂ ਕਿਸੇ ਖਾਸ ਦੋਸਤ ਦਾ ਤੁਸੀਂ ਕੋਈ ਨਾਮ ਲੈਣਾ ਚਾਹੋਗੇ? ਜਿੱਦਾਂ ਵੀ ਮੈਂ ਆਪਣੇ ਮਾਂ-ਬਾਪ ਤੋਂ ਬਿਨਾਂ ਮੈਂ ਆਪਣੇ ਮਾਂ-ਬਾਪ ਨੂੰ ਆਪਣਾ ਰੱਬ ਮੰਨਦਾ ਆ ਕਿ ਉਹਨਾਂ ਨੇ ਮੇਰੀ ਜ਼ਿੰਦਗੀ ਦੀ ਜਿਹੜੀ ਆ ਉਹ ਬਣਾਈ ਜਿੱਦਾਂ ਦੀ, ਉਹਨਾਂ ਨੇ ਮੇਰੀ ਜਿਹੜੀ ਤਕਦੀਰ ਲਿਖੀ ਆ, ਮੇਰੇ ਮਾਂ-ਬਾਪ ਨੇ। ਮੈਂ ਆਪਣੇ ਮਾਂ-ਬਾਪ ਨੂੰ ਆਪਣਾ ਰੱਬ ਮੰਨਦਾ ਆ ਔਰ ਆਪਣਾ ਮਾਂ-ਬਾਪ ਹੀ ਮੇਰਾ ਜਿਹੜਾ ਆ ਉਹਨਾਂ ਦੀ ਜ਼ਿੰਦਗੀ ਜਿਹੜੀ ਸੀਗੀ ਉਹ ਮੇਰੇ ਲਈ ਇੱਕ ਆਦਰਸ਼ ਸੀ। ਮੇਰੇ ਲਈ ਉਹ ਇੱਕ ਮੰਜ਼ਿਲ ਜਿੱਦਾਂ ਇੱਕ ਨੇ ਹਾਸਲ ਕਰਨ ਲਈ ਕਿਸੇ ਚੀਜ਼ ਦੀ ਲੋੜ ਹੁੰਦੀ ਆ ਰਸਤੇ ਲਈ, ਮੈਂ ਉਹਨਾਂ ਨੂੰ ਜ਼ਿੰਦਗੀ ਨੂੰ ਦੇਖ ਕੇ ਮੈਂ ਅੱਗੇ ਵਧਿਆ ਆ
ਔਰ ਮੇਰਾ ਮਾਂ-ਬਾਪ ਦੀ ਜਿਹੜੀ ਆ ਉਹ ਸਭ ਤੋਂ ਵੱਧ ਆ ਮੇਰੇ ਲਈ। ਔਰ ਬਾਕੀ ਯਾਰਾਂ ਦੋਸਤਾਂ ਨੇ ਜਿਨ੍ਹਾਂ ਨੇ ਵੀ ਬਹੁਤ ਇਦਾਂ ਦੇ ਯਾਰ ਦੋਸਤ ਵੀ ਮੇਰੇ ਆਏ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਬੜਾ ਯੋਗਦਾਨ ਪਾਇਆ ਆ। ਮੇਰੇ ਕੁਲੀਗਸ ਸੀਗੇ ਮੇਰੇ ਮੈਂ ਉਹ ਦੁਨੀਆ ਤੇ ਹੁਣ ਇਸ ਵੇਲੇ ਨਹੀਂ ਕਿ ਮਿਸਟਰ M.R. ਢਾਂਡੇ ਹੁੰਦੇ ਸੀਗੇ ਕਿ ਉਹਨਾਂ ਨੇ ਬੜਾ ਦੁੱਖ ਸੁੱਖ ਦੇ ਵਿੱਚ ਮੇਰਾ ਸਾਥ ਦਿੱਤਾ। ਹੋਰ ਵੀ ਮੈਨੂੰ ਬਹੁਤ ਪਾਸਿਓਂ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਸਹਿਯੋਗ ਮਿਲਿਆ ਆ ਔਰ ਮੈਂ ਉਹਨਾਂ ਦਾ ਹਮੇਸ਼ਾ ਰਿਣੀ ਰਹੂੰਗਾ। ਮੈਂ ਜੇ ਸਾਰਿਆਂ ਦੇ ਨਾਮ ਬਣਾਉਣ ਲੱਗਾ ਤੇ ਬਹੁਤ ਟਾਈਮ ਲੱਗੇਗਾ ਔਰ ਮੈਂ ਵੀ ਜਾਣਦਾ ਆ, ਮੇਰੇ ਦੋਸਤ ਵੀ ਜਾਣਦੇ ਆ। ਮੈਂ ਇਸ ਕਰਕੇ ਜਿਨ੍ਹਾਂ ਨੇ ਵੀ ਮੇਰੇ ਤੇ ਬੜੇ ਆਸਾਨ ਦੋਸਤਾਂ ਨੇ ਵੀ ਕੀਤੇ ਆ, ਮੈਂ ਉਹਨਾਂ ਦਾ ਬਹੁਤ ਬਹੁਤ ਰਿਣੀ ਆ। ਸੋ ਬਜ਼ੁਰਗਾਂ ਪ੍ਰਤੀ ਜਿਹੜੀ ਤੁਹਾਡੀ ਬਿਲਕੁਲ ਮੇਰੇ ਭਾਵਨਾ ਆ, ਹਾਂ ਮੇਰੇ ਮਾਂ-ਬਾਪ ਨੇ ਉਹ ਜੋ ਸੁਣ ਕੁਛ ਕੇ ਵੀ ਆ, ਮਾਣ ਹੁੰਦਾ ਹੈ ਕਿ ਮੈਨੂੰ ਹਰ ਮਾਣ ਆ। ਇਨਸਾਨ ਵਿੱਚ ਇਹੋ ਜਿਹੀ ਭਾਵਨਾ ਹੋਣੀ ਚਾਹੀਦੀ ਹੈ ਬਜ਼ੁਰਗਾਂ ਪ੍ਰਤੀ। ਹਾਂਜੀ। ਬੜਾ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਤੁਹਾਡੀ ਸ਼ਾਇਰੀ ਨੂੰ ਸਲਾਮ ਕਰਦੇ ਹਾਂ ਤੇ ਜਾਂਦੇ ਜਾਂਦੇ ਇੱਕ ਹੋਰ ਨਜ਼ਮ ਸਾਡੇ ਉਡੀਕਾਂ ਪ੍ਰੋਗਰਾਮ ਦੇ ਦਰਸ਼ਕਾਂ ਨਾਲ ਸਾਂਝੀ ਕਰੋ। ਬੀਬਾ ਜੀ ਮੈਂ ਵੀ ਆਜ਼ਾਦ ਰੰਗ ਮੰਚ ਫਗਵਾੜਾ ਦਾ ਔਰ ਤੁਹਾਡੀ ਸਾਰੀ ਟੀਮ ਦਾ ਫਿਰ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਹ ਮੈਨੂੰ ਪਾਠਕਾਂ ਦੇ ਰੂਬਰੂ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਪਰ ਗਜ਼ਲ ਦੇ ਕੁਝ ਚੰਦ ਸ਼ੇਰ ਮੈਂ ਤੁਹਾਡੀ ਨਜ਼ਰ ਕਰਾਂਗਾ ਕਿ ਇਹ ਸਮਾਨੇ ਸਫ਼ਰ ਮੇਰਾ ਬਖਸ਼ਿਸ਼ ਸਰਕਾਰ ਦੀ ਹੈ। ਇਹ ਸਮਾਨੇ ਸਫ਼ਰ ਮੇਰਾ ਬਖਸ਼ਿਸ਼ ਸਰਕਾਰ ਦੀ ਹੈ ਸਰਾਣਾ ਮੇਰਾ ਇੱਟ ਦਾ ਚਾਦਰ ਅਖਬਾਰ ਦੀ ਹੈ। ਕਿ ਤੂੰ ਪਸੀਨਾ ਕਹਿੰਦਾ ਜਿਸ ਨੂੰ ਮੋਤੀ ਨੇ ਮੇਰੇ ਤਨ ਤੇ, ਤੂੰ ਪਸੀਨਾ ਕਹਿੰਦਾ ਜਿਸ ਨੂੰ ਮੋਤੀ ਨੇ ਮੇਰੇ ਤਨ ਤੇ, ਧੂੜ ਰਾਹਾਂ ਦੀ ਹੋ ਮੋਰੇ ਮੈਨੂੰ ਸ਼ਿੰਗਾਰਦੀ ਹੈ। ਕਿ ਇਹ ਤੁਸਾਂ ਨੇ ਪਰਖਣਾ ਹੈ ਪਾਣੀ ਹੈ ਖੂਨ ਕਿਸ ਦਾ, ਇਹ ਤੁਸਾਂ ਨੇ ਪਰਖਣਾ ਹੈ ਪਾਣੀ ਹੈ ਖੂਨ ਕਿਸ ਦਾ, ਉਸ ਨੂੰ ਹੈ ਚਿੰਤਾ ਸਿਰ ਦੀ ਮੈਨੂੰ ਦਸਤਾਰ ਦੀ ਹੈ। ਬਹੁਤ ਬਹੁਤ ਔਰ ਇਸੇ ਗਜ਼ਲ ਦਾ ਆਖਰੀ ਸ਼ੇਰ ਹੈ ਕਿ ਡਰ ਕੇ ਕਾਮਾਂ ਤੋਂ ਚਮਨ ਕੀਤਾ ਉੱਲੂਆਂ ਦੇ ਹਵਾਲੇ, ਡਰ ਕੇ ਕਾਮਾਂ ਤੋਂ ਚਮਨ ਕੀਤਾ ਉੱਲੂਆਂ ਦੇ ਹਵਾਲੇ, ਬਾਗਵਾਨ ਫਿਕਰ ਕੋਮਲ ਕਿੰਨੀ ਗੁਲਜ਼ਾਰ ਦੀ ਹੈ। ਇਹ ਸਮਾਨੇ ਸਫ਼ਰ ਮੇਰਾ ਬਖਸ਼ਿਸ਼ ਸਰਕਾਰ ਦੀ ਹੈ। ਬਹੁਤ ਵਧੀਆ। ਹੈ ਸਰਾਣਾ ਮੇਰਾ ਇੱਟ ਦਾ ਚਾਦਰ ਅਖਬਾਰ ਦੀ ਹੈ। ਬਹੁਤ ਸ਼ੁਕਰੀਆ। ਸੋ ਤੁਹਾਡੀ ਸ਼ਾਇਰੀ ਦੇ ਸਫ਼ਰ ਆਜ਼ਾਦ ਰੰਗ ਮੰਚ ਉਡੀਕਾਂ ਪ੍ਰੋਗਰਾਮ ਦੇ ਦਰਸ਼ਕ ਸਲੂਟ ਕਰਦੇ ਹਨ ਔਰ ਤੁਹਾਡਾ ਇੱਥੇ ਆਉਣਾ ਇੱਕ ਵਾਰੀ ਫੇਰ ਮੁਬਾਰਕ ਕਹਿੰਦੇ ਹਨ। ਸ਼ਬਦ ਉਡੀਕਾਂ ਤੇਰੇ ਆਉਣ ਦੀਆਂ